ਕੇਂਦਰ ਦੀ ਮੋਦੀ ਸਰਕਾਰ ਜਿਸ ਤਰੀਕੇ ਦੇ ਨਾਲ ਖੇਤੀਬਾੜੀ ਕਿਸਾਨ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ ਗੱਲਾਂ ਕਰ ਰਹੀ ਹੈ ਤੇ ਇਹਨਾਂ ਗੱਲਾਂ ਦੇ ਵਿੱਚ ਨਿਕਲ ਕੇ ਆਏ ਨੇ ਖੇਤੀਬਾੜੀ ਦੇ 3 ਆਰਡੀਨੈਂਸ ਜਿਹੜੇ ਕਿ ਸਰਕਾਰ ਨੇ ਪਾਸ ਕਰ ਦਿੱਤੇ ਨੇ। ਪੰਜਾਬ ਦੇ ਕਿਸਾਨ ਗਹਿਰੀ ਚਿੰਤਾ ਦੇ ਵਿੱਚ ਨੇ ਕਿਉਂਕਿ ਕਿਸਾਨਾਂ ਨੂੰ ਪਹਿਲਾਂ ਹੀ ਸਮਝ ਆ ਚੁੱਕੀ ਹੈ ਕਿ ਇਹ ਆਰਡੀਨੈਂਸ ਕਿਸਾਨਾਂ ਦੇ ਹਿੱਤ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਹੋਣ ਵਾਲੇ। ਪਰ ਅੱਜ ਵੀ ਕੇਂਦਰ ਸਰਕਾਰ ਤੇ ਵਿੱਚ ਹੀ ਪੰਜਾਬ ਸਰਕਾਰ ਦੇ ਜਿਹੜੇ ਪੁਤਲੇ ਫੂਕ ਕੇ ਉਹ ਕਿਸਾਨਾਂ ਵੱਲੋਂ ਪ੍ਰਦਰਸ਼ਨ ਵੀ ਕੀਤੇ ਗਏ ਨੇ। ਵਿਰੋਧੀ ਪਾਰਟੀਆਂ ਵੀ ਲਗਾਤਾਰ ਦਾਅਵੇ ਕਰ ਰਹੀਆਂ ਨੇ ਕਿ ਇਸ ਮਸਲੇ ਤੇ ਉਹ ਸਰਕਾਰ ਦੇ ਨਾਲ ਨੇ, ਪੰਜਾਬ ਦੇ ਕਿਸਾਨਾਂ ਦੇ ਨਾਲ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਸੀ ਕਿ ਫਿਲਹਾਲ ਜਿਹੜੇ ਪ੍ਰਦਰਸ਼ਨ ਨੇ ਉਹ ਥੋੜ੍ਹੇ ਪੋਸਟਪੋਨ ਕਰ ਦਿੱਤੇ ਜਾਣ, ਕਿ ਹੁਣ ਨਾ ਕੀਤੇ ਜਾਣ, ਕਿਉਂਕਿ ਪੰਜਾਬ ਦੇ ਵਿੱਚ ਵੀ ਜਿਹੜੇ ਕਰੋਨਾ ਵਾਇਰਸ ਦੀ ਗਿਣਤੀ ਹੈ ਮਰੀਜ਼ਾਂ ਦੀ, ਪੀੜਤਾਂ ਦੀ, ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਦੇਖੋ ਇਹ ਸੈਂਟਰ ਦੀ ਤਾਂ ਜ਼ਿਮੀਂਦਾਰ ਨੂੰ ਦਬਾਉਣ ਦੀ ਨੀਤੀ ਹੈਗੀ ਆ, ਲੇਕਿਨ ਇੱਕ ਭਾਈਬਲ ਪਾਰਟੀ ਆ ਉਹ ਵੀ ਸੈਂਟਰ ਦਾ ਸਾਥ ਦੇ ਰਹੀ ਆ। ਪਤਾ ਉਹਨਾਂ ਨੂੰ ਵੀ ਹੈਗਾ ਆ, ਉਹਨਾਂ ਨਾਲ ਵੀ ਜ਼ਿਮੀਂਦਾਰ ਤਬਕਾ ਬਹੁਤ ਜੁੜਿਆ ਹੈ, ਪਰ ਉਹਨਾਂ ਨੂੰ ਸੈਂਟਰ ਦੀ ਕੁਰਸੀ ਪੈ ਰਹੀ ਹੈ, ਇਸ ਕਰਕੇ ਉਹਨਾਂ ਨੂੰ ਕੁਝ ਦੇਣਾ ਨਹੀਂ ਹੈ, ਉਹ ਅੰਨੇ ਹੋਏ ਫਿਰਦੇ ਆ। ਤੇ ਫਿਰ ਜੇਕਰ MSP ਖਤਮ ਹੋ ਗਿਆ ਤੇ ਜਿਹੜੀਆਂ ਵੱਡੇ ਕਾਰਪੋਰੇਟ ਘਰਾਣੇ ਨੇ ਉਹ ਆਪਣੀਆਂ ਮਨਮਰਜ਼ੀਆਂ ਕਰਨ ਲੱਗੇ, ਆਪਣੇ ਹਿਸਾਬ ਦੇ ਨਾਲ ਅਨਾਜ ਸਟੋਰ ਕਰਨ ਲੱਗੇ, ਆਪਣੇ ਹਿਸਾਬ ਨਾਲ ਫਿਰ ਮੁੱਲ ਤੈਅ ਕਰਨ ਲੱਗੇ, ਤੇ ਫਿਰ ਜ਼ਾਹਿਰ ਦੀ ਗੱਲ ਹੈ, ਸਾਫ਼ ਤੌਰ ਤੇ ਸਾਨੂੰ ਦਿਖ ਰਿਹਾ ਕਿ ਜਿਹੜਾ ਕਿਸਾਨ ਆ ਦੇਸ਼ ਦਾ ਤੇ ਉਹ ਤਾਂ ਫਿਰ ਰਗੜਿਆ ਵੀ ਜਾਏਗਾ, ਪੀਸਿਆ ਵੀ ਜਾਏਗਾ। ਸਤਿ ਸ਼੍ਰੀ ਅਕਾਲ ਜੀ। ਗਲੋਬਲ ਪੰਜਾਬ ਟੀਵੀ ਅਤੇ ਚੈਨਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਵਿੱਚ। ਮੈਂ ਰੋਬਰਿੰਦਰ ਸਿੰਘ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜੀ ਪ੍ਰੋਗਰਾਮ ਗਲੋਬਲ ਗੱਲਬਾਤ ਲੈ ਕੇ। ਸੋ ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਹਰ ਹਫਤੇ ਦੇ ਮੰਗਲਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਲਗਾਤਾਰ 5 ਦਿਨ ਦੇਖਦੇ ਹੋ ਤੇ ਇਹਨਾਂ ਲਗਾਤਾਰ 5 ਦਿਨ ਹਰ ਦਿਨ ਦੇ ਵਿੱਚ ਇਹ ਪੂਰਾ 1 ਘੰਟਾ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਸ਼ਾਮ ਦੇ ਅਸੀਂ ਲਾਈਵ ਹੁੰਦੇ ਹਾਂ ਜੀ ਇਸ ਪ੍ਰੋਗਰਾਮ ਨੂੰ ਲੈ ਕੇ। ਤੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਅਸੀਂ ਵਿਸ਼ੇ ਲੈ ਕੇ ਆਉਂਦੇ ਹਾਂ ਤੇ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ, ਉਹਨਾਂ 'ਤੇ ਵਿਚਾਰ ਸਾਂਝੇ ਕਰਨ ਦੇ ਲਈ ਤੁਸੀਂ ਵੀ ਸਾਨੂੰ ਕਾਲ ਕਰਦੇ ਹੋ। ਸੋ ਜਿਸ ਤਰੀਕੇ ਦੇ ਨਾਲ ਤੁਸੀਂ ਸਾਨੂੰ ਹੁਣ ਤੱਕ ਕਾਲ ਕਰਕੇ ਪਿਆਰ ਦਿੰਦੇ ਆ ਰਹੇ ਹੋ, ਮਾਣ ਸਤਿਕਾਰ ਦਿੰਦੇ ਆ ਰਹੇ ਹੋ, ਹੌਸਲਾ ਅਫਜ਼ਾਈ ਦਿੰਦੇ ਆ ਰਹੇ ਹੋ, ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਸਾਡੇ ਦਰਸ਼ਕਾਂ ਦਾ ਇਹ ਪਿਆਰ ਅਤੇ ਹੌਸਲਾ ਅਫਜ਼ਾਈ ਸਾਨੂੰ ਇਸੇ ਤਰੀਕੇ ਦੇ ਨਾਲ ਮਿਲਦੀ ਰਹੂਗੀ। ਸੋ ਇੱਕ ਵਾਰ ਦੱਸ ਦਿੰਦੇ ਹਾਂ ਜੀ ਕਿ ਅਮਰੀਕਾ ਦੇ ਵਿੱਚ ਇਸ ਪ੍ਰੋਗਰਾਮ ਨੂੰ ਦੇਖਣ ਲਈ ਤੁਹਾਨੂੰ ਗਲੋਬਲ ਪੰਜਾਬ ਟੀਵੀ ਦੇਖਣਾ ਪਏਗਾ ਅਤੇ ਕੈਨੇਡਾ ਦੇ ਵਿੱਚ ਇਸ ਪ੍ਰੋਗਰਾਮ ਨੂੰ ਦੇਖਣ ਦੇ ਲਈ ਤੁਹਾਨੂੰ ਚੈਨਲ ਪੰਜਾਬੀ ਟੀਵੀ ਦੇਖਣਾ ਪਊਗਾ। ਅਤੇ ਕੈਨੇਡਾ ਦੇ ਵਿੱਚ ਚੈਨਲ ਪੰਜਾਬੀ ਟੀਵੀ ਦੇਖਣ ਦੇ ਲਈ ਤੁਹਾਨੂੰ ਰੋਜ਼ਰਜ਼, ਬੈਲਸ਼ਾ ਅਤੇ ਟੈਲਸ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਲੈਣੀਆਂ ਪੈਣੀਆਂ ਨੇ ਜੀ। ਸੋ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਪਲੇਟਫਾਰਮ ਫੇਸਬੁੱਕ ਦੇ ਉੱਪਰ ਵੀ ਸਾਡਾ ਜੋ ਚੈਨਲ ਦਾ ਪੇਜ ਹੈ ਗਲੋਬਲ ਪੰਜਾਬ ਟੀਵੀ ਦੇ ਨਾਂ 'ਤੇ ਜੋ ਪੇਜ ਆ ਉਸ 'ਤੇ ਵੀ ਤੁਸੀਂ ਸਾਡੇ ਇਸ ਗਲੋਬਲ ਗੱਲਬਾਤ ਪ੍ਰੋਗਰਾਮ ਨੂੰ ਲਾਈਵ ਦੇਖ ਸਕਦੇ ਹੋ। ਅਤੇ ਲਾਈਵ ਦੇਖਣ ਦੇ ਨਾਲ ਨਾਲ ਤੁਸੀਂ ਆਪਣੇ ਸੁਝਾਅ ਸਾਨੂੰ ਕਮੈਂਟਾਂ ਦੇ ਰਾਹੀਂ ਵੀ ਭੇਜ ਸਕਦੇ ਹੋ, ਸਵਾਲ ਵੀ ਭੇਜ ਸਕਦੇ ਹੋ। ਸੋ ਇਸ ਤੋਂ ਇਲਾਵਾ ਮੋਬਾਈਲ ਫੋਨ ਦੇ ਉੱਪਰ ਵੀ ਸਾਡੇ ਨਾਲ ਜੁੜੇ ਰਹਿਣ ਦੇ ਲਈ ਅਤੇ ਸਾਡੇ ਗਲੋਬਲ ਗੱਲਬਾਤ ਅਤੇ ਨਾਲ ਹੋਰ ਚੈਨਲ ਦੇ ਸਾਰੇ ਹੀ ਪ੍ਰੋਗਰਾਮ ਦੇਖਣ ਦੇ ਲਈ ਤੁਸੀਂ ਜਿਹੜੀਆਂ ਸਾਡੀਆਂ ਐਪ ਹੈਗੀ ਆ ਜੋ ਸਾਡੇ ਗਲੋਬਲ ਪੰਜਾਬ ਟੀਵੀ ਦੀ, ਉਹਨਾਂ ਨੂੰ ਐਂਡਰੋਇਡ ਅਤੇ iOS ਤੋਂ ਜਿਹੜੇ ਤੁਸੀਂ ਡਾਊਨਲੋਡ ਕਰ ਸਕਦੇ ਹੋ। ਸੋ ਜਿਹੜਾ ਸਮਾਂ ਨਾ ਗਵਾਉਂਦੇ ਹੋਏ ਪਹਿਲਾਂ ਦੱਸ ਦਿੰਦੇ ਹਾਂ, ਕਿਉਂਕਿ ਸਾਡੇ ਦਰਸ਼ਕਾਂ ਦੀ ਫਰਮਾਇਸ਼ ਸੀ ਅਤੇ ਸੁਝਾਅ ਵੀ ਸੀ ਕਿ ਜਿਹੜੇ ਵਿਸ਼ੇ ਨੇ ਉਹ ਤੁਸੀਂ ਜਲਦੀ ਪ੍ਰੋਗਰਾਮ ਦੇ ਸ਼ੁਰੂ ਹੁੰਦੇ ਹੀ ਦੱਸ ਦਿਆ ਕਰੋ ਅਤੇ ਇਸ ਨਾਲ ਆਸਾਨੀ ਰਹਿੰਦੀ ਹੈ। ਸੋ ਬਿਲਕੁਲ ਠੀਕ ਹੈ, ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਅੱਜ ਦੇ ਵਿਸ਼ੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਕੇਂਦਰ ਦੀ ਮੋਦੀ ਸਰਕਾਰ ਜਿਸ ਤਰੀਕੇ ਦੇ ਨਾਲ ਖੇਤੀਬਾੜੀ ਕਿਸਾਨ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ ਗੱਲਾਂ ਕਰ ਰਹੀ ਹੈ ਤੇ ਇਹਨਾਂ ਗੱਲਾਂ ਦੇ ਵਿੱਚ ਨਿਕਲ ਕੇ ਆਏ ਨੇ ਖੇਤੀਬਾੜੀ ਦੇ 3 ਆਰਡੀਨੈਂਸ ਜਿਹੜੇ ਕਿ ਸਰਕਾਰ ਨੇ ਪਾਸ ਕਰ ਦਿੱਤੇ ਨੇ। ਤੇ ਲੇਕਿਨ ਪੰਜਾਬ ਸੂਬੇ ਦੇ ਵਿੱਚ, ਕਿਉਂਕਿ ਪੰਜਾਬ ਦੇ ਵਿੱਚ ਖੇਤੀਬਾੜੀ ਸਭ ਤੋਂ ਵੱਧ ਲੋਕਾਂ ਦਾ ਕਿੱਤਾ ਤੇ ਖੇਤੀਬਾੜੀ ਨਿਰਭਰ ਸਾਡਾ ਸੂਬਾ ਹੈ, ਤੇ ਇਸ ਕਰਕੇ ਪੰਜਾਬ ਦੇ ਕਿਸਾਨ ਗਹਿਰੀ ਚਿੰਤਾ ਦੇ ਵਿੱਚ ਨੇ ਕਿਉਂਕਿ ਕਿਸਾਨਾਂ ਨੂੰ ਪਹਿਲਾਂ ਹੀ ਸਮਝ ਆ ਚੁੱਕੀ ਹੈ ਕਿ ਇਹ ਆਰਡੀਨੈਂਸ ਕਿਸਾਨਾਂ ਦੇ ਹਿੱਤ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਹੋਣ ਵਾਲੇ। ਸੋ ਅੱਜ ਦਾ ਸਾਡਾ ਵਿਸ਼ਾ ਇਹੀ ਹੈ, ਖੇਤੀਬਾੜੀ ਆਰਡੀਨੈਂਸਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਖ-ਵੱਖ ਥਾਵਾਂ 'ਤੇ ਜਾਂ ਇਕੱਠੀਆਂ ਜਾਂ ਫਿਰ ਇਕੱਲੀ ਕਹਿ ਲਈਏ
ਕਿ ਪ੍ਰਦਰਸ਼ਨ ਕਰ ਰਹੀਆਂ ਨੇ ਲਗਾਤਾਰ। ਅੱਜ ਵੀ ਕੇਂਦਰ ਸਰਕਾਰ ਤੇ ਵਿੱਚ ਹੀ ਪੰਜਾਬ ਸਰਕਾਰ ਦੇ ਜਿਹੜੇ ਪੁਤਲੇ ਫੂਕ ਕੇ ਉਹ ਕਿਸਾਨਾਂ ਵੱਲੋਂ ਪ੍ਰਦਰਸ਼ਨ ਵੀ ਕੀਤੇ ਗਏ ਨੇ ਤੇ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਆਰਡੀਨੈਂਸ ਕੇਂਦਰ ਦੀ ਮੋਦੀ ਸਰਕਾਰ ਲੈ ਕੇ ਆਈ ਹੈ ਇਹਨਾਂ ਨੂੰ ਵਾਪਸ ਕੀਤਾ ਜਾਵੇ ਜਾਂ ਸਰਕਾਰ ਆਪਣੇ ਫੈਸਲੇ ਨੂੰ ਵਾਪਸ ਲਵੇ ਤੇ ਇਸੇ ਕਰਕੇ ਹੀ ਪੰਜਾਬ ਦਾ ਕਿਸਾਨ ਬਚ ਸਕਦਾ ਹੈ। ਸੋ ਸਵਾਲ ਸਾਡਾ ਅੱਜ ਦਾ ਇਹੀ ਹੈ ਕਿ ਖੇਤੀਬਾੜੀ ਆਰਡੀਨੈਂਸ ਪੰਜਾਬ ਦੇ ਕਿਸਾਨਾਂ ਲਈ ਕਿੰਨੇ ਕੁ ਘਾਤਕ ਸਾਬਤ ਹੋ ਸਕਦੇ ਨੇ ਤੇ ਕੀ ਜਿਸ ਤਰੀਕੇ ਦੇ ਨਾਲ ਅਸੀਂ ਚੱਲ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਪ੍ਰੋਟੈਸਟ ਕਿਸਾਨ ਯੂਨੀਅਨਾਂ ਜਾਂ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਕਿ ਇਸ ਤਰੀਕੇ ਨਾਲ ਅਸੀਂ ਇਹਨਾਂ ਆਰਡੀਨੈਂਸਾਂ ਨੂੰ ਸਰਕਾਰ ਤੋਂ ਵਾਪਸ ਕਰਵਾ ਸਕਦੇ ਹਾਂ ਤੇ ਕੀ ਬਾਕੀ ਦੀਆਂ ਪਾਰਟੀਆਂ ਦਾ ਕੀ ਰੋਲ ਇਸ ਦੇ ਵਿੱਚ ਪਾਰਟੀਆਂ ਕੀ ਨਿਭਾ ਸਕਣਗੀਆਂ, ਕਿਉਂਕਿ ਵਿਰੋਧੀ ਪਾਰਟੀਆਂ ਵੀ ਲਗਾਤਾਰ ਦਾਅਵੇ ਕਰ ਰਹੀਆਂ ਨੇ ਕਿ ਇਸ ਮਸਲੇ ਤੇ ਉਹ ਸਰਕਾਰ ਦੇ ਨਾਲ ਨੇ, ਪੰਜਾਬ ਦੇ ਕਿਸਾਨਾਂ ਦੇ ਨਾਲ ਨੇ। ਪੰਜਾਬ ਸਰਕਾਰ ਪਿੱਛੇ ਜੇ ਇੱਕ ਸਰਬ ਪਾਰਟੀ ਪੰਜਾਬ ਸਰਕਾਰ ਨੇ ਆਪਣੀ ਮੀਟਿੰਗ ਵੀ ਬੁਲਾਈ ਸੀ ਜਿਹਦੇ ਵਿੱਚ ਸਰਬਸੰਮਤੀ ਨਾਲ ਮਤਾ ਵੀ ਪਾਸ ਕੀਤਾ ਗਿਆ ਸੀ ਕਿ ਸੂਬਾ ਸਰਕਾਰ ਤੇ ਸੂਬੇ ਦੇ ਕਿਸਾਨ ਕੇਂਦਰ ਸਰਕਾਰ ਦੇ ਇਹਨਾਂ ਤਿੰਨਾਂ ਆਰਡੀਨੈਂਸਾਂ ਦਾ ਵਿਰੋਧ ਕਰਦੇ ਨੇ। ਹਾਲਾਂਕਿ ਕਰੋਨਾ ਵਾਇਰਸ ਨੂੰ ਲੈ ਕੇ ਪਿਛਲੇ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਸੀ ਕਿ ਫਿਲਹਾਲ ਜਿਹੜੇ ਪ੍ਰਦਰਸ਼ਨ ਨੇ ਉਹ ਥੋੜ੍ਹੇ ਪੋਸਟਪੋਨ ਕਰ ਦਿੱਤੇ ਜਾਣ, ਕਿ ਹੁਣ ਨਾ ਕੀਤੇ ਜਾਣ, ਕਿਉਂਕਿ ਪੰਜਾਬ ਦੇ ਵਿੱਚ ਵੀ ਜਿਹੜੇ ਕਰੋਨਾ ਵਾਇਰਸ ਦੀ ਗਿਣਤੀ ਹੈ ਮਰੀਜ਼ਾਂ ਦੀ, ਪੀੜਤਾਂ ਦੀ, ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਲੇਕਿਨ ਕਿਉਂਕਿ ਕਿਸਾਨਾਂ ਦੇ ਲਈ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਇਹੀ ਹੈ, ਇਹ ਤਿੰਨ ਆਰਡੀਨੈਂਸ, ਤੇ ਇਸ ਕਰਕੇ ਕਿਸਾਨ ਨੇ ਜਿਹੜੇ ਸਾਡੇ ਸੂਬੇ ਦੇ ਉਹ ਕਰੋਨਾ ਵਾਇਰਸ ਦੀ ਪਰਵਾਹ ਵੀ ਨਹੀਂ ਕਰ ਰਹੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਕਰੋਨਾ ਵਾਇਰਸ ਤੋਂ ਜੇ ਉਹ ਬਚ ਗਏ ਤਾਂ ਫਿਰ ਇਹ ਖੇਤੀਬਾੜੀ ਆਰਡੀਨੈਂਸਾਂ ਨੇ ਉਹਨਾਂ ਦੀ ਜਾਨ ਕੱਢ ਲੈਣੀ ਆ। ਅਸੀਂ ਦੇਖਦੇ ਹਾਂ ਕਿ ਰੋਜ਼ਾਨਾ ਹੀ ਸਾਡੇ ਸੂਬੇ ਦੇ ਜਿਹੜੇ ਕਿਸਾਨ ਨੇ ਉਹ ਖੁਦਕੁਸ਼ੀਆਂ ਦੇ ਰਸਤੇ 'ਤੇ ਤੁਰ ਪਏ ਨੇ। ਸੋ ਜੇਕਰ ਹੁਣ ਸਰਕਾਰ ਇਹ ਕਹਿ ਰਹੀ ਹੈ ਕਿ ਇਹ ਤਿੰਨ ਆਰਡੀਨੈਂਸ ਜਿਹੜੇ ਆ ਗਏ ਨੇ ਜੀ, ਲੈ ਕੇ ਆਏ ਹਾਂ ਅਸੀਂ, ਤੇ ਉਹਨਾਂ ਦੇ ਨਾਲ ਕਿਸਾਨਾਂ ਦਾ ਬਹੁਤ ਫਾਇਦਾ ਹੋਏਗਾ। ਕਿਸਾਨਾਂ ਨੂੰ ਖੁੱਲ੍ਹੀ ਮੰਡੀ ਮਿਲੇਗੀ, ਕਿਤੇ ਵੀ ਦੇਸ਼ ਭਰ ਦੇ ਵਿੱਚ ਜਾ ਕੇ ਜਿਹੜੇ ਕਿਸਾਨ ਨੇ ਉਹ ਆਪਣੀ ਫਸਲ ਵੇਚ ਸਕਦੇ ਨੇ। ਪਰ ਇੱਕ ਸਭ ਤੋਂ ਵੱਡਾ ਜਿਹੜਾ ਖਤਰਾ ਇਹਨਾਂ ਆਰਡੀਨੈਂਸਾਂ ਨੂੰ ਲੈ ਕੇ ਸੂਬੇ ਦੇ ਕਿਸਾਨਾਂ ਨੂੰ, ਜਾਂ ਫਿਰ ਕਹਿ ਲਈਏ ਕਿ ਦੇਸ਼ ਦੇ ਕਿਸਾਨਾਂ ਨੂੰ ਵੱਡਾ ਖਤਰਾ ਸਾਹਮਣੇ ਦਿਖ ਰਿਹਾ, ਉਹ ਹੈ ਜੀ MSP ਦਾ ਖਤਰਾ, ਯਾਨੀ ਕਿ ਜੋ ਮਿਨੀਮਮ ਸਪੋਰਟਸ ਪ੍ਰਾਈਸ ਹੈਗਾ, ਜੋ ਨਿਊਨਤਮ ਫਸਲ ਦਾ ਜੋ ਮੁੱਲ ਹੈ, ਜੋ ਸਰਕਾਰਾਂ ਨਿਰਧਾਰਿਤ ਕਰਦੀਆਂ ਨੇ ਹਰ ਸਾਲ, ਹਰ ਛਮਾਹੀ ਮੌਕੇ, ਹਰ ਸੌਣੀ ਅਤੇ ਹਾੜੀ ਦੀ ਫਸਲ ਮੌਕੇ। ਇਸ ਤੋਂ ਪਹਿਲਾਂ ਸਰਕਾਰਾਂ ਨਿਰਧਾਰਿਤ MSP ਨੂੰ ਕਰ ਦਿੰਦੀਆਂ ਨੇ ਕਿ ਇਸ ਵਾਰ ਤੁਹਾਨੂੰ ਕਣਕ ਪ੍ਰਤੀ ਕੁਇੰਟਲ ਦਾ ਇਹ ਰੇਟ ਦਿੱਤਾ ਜਾਏਗਾ ਤੇ ਜੀਰੀ ਚੌਲ ਦਾ ਇਹ ਰੇਟ ਦਿੱਤਾ ਜਾਏਗਾ। ਸੋ ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਪਤਾ ਲੱਗ ਜਾਂਦਾ ਕਿ ਪ੍ਰਤੀ ਏਕੜ ਦੇ ਵਿੱਚ ਉਹਨਾਂ ਨੂੰ ਕਿੰਨਾ ਉਤਪਾਦਨ ਫਸਲ ਦਾ ਹੋਇਆ ਤੇ ਕਿੰਨੇ ਏਕੜ ਜਾਂ ਕਹਿ ਲਈਏ ਕਿ ਕਿੰਨਾ ਇੱਕ ਏਕੜ ਦੇ ਵਿੱਚੋਂ ਝਾੜ ਕਿੰਨਾ ਨਿਕਲਿਆ, ਤੇ ਉਹਦੇ ਹਿਸਾਬ ਨਾਲ ਫਿਰ ਜਿਹੜੇ ਕਿਸਾਨ ਨੇ ਉਹ ਆਪਣੇ ਖਰਚੇ ਲਗਾਉਣੇ ਸ਼ੁਰੂ ਕਰ ਦਿੰਦੇ ਨੇ ਕਿ ਜੇਕਰ ਇੱਕ ਏਕੜ ਦੇ ਵਿੱਚੋਂ ਮੇਰਾ ਇੰਨੇ ਕੁਆਂਟਲ ਫਸਲ ਨਿਕਲਦੀ ਆ ਤਾਂ ਫਿਰ ਇੰਨਾ MSP ਆ ਤਾਂ ਮੇਰੇ ਇੰਨੇ ਖਰਚੇ ਹੋ ਜਾਣਗੇ, ਇੰਨਾ ਥੋੜ੍ਹਾ ਬਹੁਤਾ ਮੈਂ ਬਚਾ ਸਕਦਾ। ਹਾਲਾਂਕਿ ਬਚਾ ਜਿਹੜਾ ਸ਼ਬਦ ਆ ਉਹ ਹੁਣ ਖੇਤੀਬਾੜੀ ਦੇ ਵਿੱਚ ਨਹੀਂ ਰਿਹਾ। ਲਾਗਤ ਵੱਧ ਹੈ ਤੇ ਕੀਮਤ ਫਸਲ ਦੀ ਘੱਟ ਕਿਸਾਨ ਨੂੰ ਮਿਲ ਰਹੀ ਹੈ, ਤੇ ਇਸੇ ਕਰਕੇ ਜਿਹੜਾ ਦੇਸ਼ ਦਾ ਕਿਸਾਨ ਹੈ ਉਹ ਲਗਾਤਾਰ ਪਛੜਦਾ ਜਾ ਰਿਹਾ। ਹਾਲਾਂਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਦਾਅਵਾ ਕਰਦੀ ਹੈ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦੇ ਲਈ ਕਿਸੇ ਵੀ ਸਰਕਾਰ ਨੇ ਕੁਝ ਨਹੀਂ ਕੀਤਾ, ਤੇ ਇੱਕ ਨਵੀਂ ਕ੍ਰਾਂਤੀ ਕਹਿ ਰਹੀ ਹੈ ਕੇਂਦਰ ਸਰਕਾਰ ਕਿ ਅਸੀਂ ਲੈ ਕੇ ਆਏ ਹਾਂ, ਤੇ ਇਹਦੇ ਵਿੱਚ ਦੇਸ਼ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਸਿੱਧਾ ਫਾਇਦਾ ਹੋਊਗਾ। ਸੋ ਤੁਸੀਂ ਸਾਨੂੰ ਕਾਲ ਕਰਕੇ ਸਾਡੇ ਨਾਲ ਜਿਹੜੇ ਆਪਣੇ ਸੁਝਾਅ ਨੇ ਜੀ ਉਹ ਸਾਂਝੇ ਕਰ ਸਕਦੇ ਹੋ ਇਹਨਾਂ ਖੇਤੀਬਾੜੀ ਆਰਡੀਨੈਂਸਾਂ ਦੇ ਪ੍ਰਤੀ। ਇਹ ਵੀ ਦੱਸ ਦਿੰਦੇ ਹਾਂ ਕਿ ਲਗਾਤਾਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਵੱਲੋਂ ਪ੍ਰਦਰਸ਼ਨ ਕੇਂਦਰ ਸਰਕਾਰ ਤੇ ਵਿੱਚ ਹੀ ਪੰਜਾਬ ਸਰਕਾਰ ਦੇ ਖਿਲਾਫ ਵੀ ਕੀਤੇ ਜਾ ਰਹੇ ਨੇ। ਹਾਲਾਂਕਿ ਪੰਜਾਬ ਸਰਕਾਰ ਨੇ ਤਾਂ ਕਿਸਾਨਾਂ ਨੂੰ ਕਹਿ ਦਿੱਤਾ ਸੀ ਕਿ ਹਰ ਕੀਮਤ ਤੇ ਪੰਜਾਬ ਸਰਕਾਰ ਇਹਨਾਂ ਆਰਡੀਨੈਂਸਾਂ ਦੇ ਵਿਰੁੱਧ ਹੈ ਤੇ ਕਿਸਾਨਾਂ ਦੇ ਨਾਲ ਹੈ, ਕਿਉਂਕਿ ਇਸ ਦੇ ਨਾਲ ਜੇਕਰ ਦੇਖਿਆ ਜਾਵੇ ਤਾਂ ਜਿਹੜੇ ਆਰਡੀਨੈਂਸ ਹੁਣ ਇਹ ਸਰਕਾਰ ਨੇ ਪਾਸ ਕੀਤੇ ਨੇ ਤਾਂ ਉਹਨਾਂ ਦੇ ਵਿੱਚ ਜਿਹੜੀਆਂ ਸੂਬਾ ਸਰਕਾਰਾਂ ਨੇ, ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ, ਚਾਹੇ ਹਰਿਆਣਾ ਦੀ ਸਰਕਾਰ ਹੋਵੇ, ਚਾਹੇ ਕਿਸੇ ਵੀ ਹੋਰ ਸੂਬੇ ਦੀ ਸਰਕਾਰ ਹੋਵੇ, ਕੇਂਦਰ ਸਰਕਾਰ ਇਹਨਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਬਾਈਪਾਸ ਕਰ ਜੇਗੀ। ਬਾਈਪਾਸ ਕਰਕੇ ਜਿਹੜੇ ਵੱਡੇ ਵੱਡੇ ਘਰਾਣੇ ਨੇ, ਵੱਡੀਆਂ ਵੱਡੀਆਂ ਕੰਪਨੀਆਂ ਨੇ, ਤੇ ਉਹ ਸਿੱਧਾ ਕਿਸਾਨਾਂ ਦੇ ਨਾਲ ਉਹਨਾਂ ਦਾ ਸੰਪਰਕ ਹੋ ਜਾਏਗਾ
ਤੇ ਇਹਦੇ ਵਿੱਚ ਇਹ ਵੀ ਇੱਕ ਕਿਹਾ ਜਾ ਰਿਹਾ ਕਿ ਕਿਸਾਨ ਨੇ ਜਿਹੜੇ ਉਹ ਕਿਸੇ ਵੀ ਵੱਡੇ ਕਾਰਪੋਰੇਟਰ ਦੇ ਨਾਲ ਐਗਰੀਮੈਂਟ ਕਰ ਸਕਦੇ ਨੇ। ਹੁਣ ਐਗਰੀਮੈਂਟ ਕਿਸਾਨ ਦੇ ਲਈ ਕਿੰਨਾ ਕੁ ਫਾਇਦਾ ਹੋਏਗਾ, ਕਿੰਨਾ ਕੁ ਨੁਕਸਾਨਦਾਇਕ ਹੋਏਗਾ, ਇਹ ਵੀ ਹੁਣ ਇਸ ਤੋਂ ਬਾਅਦ ਹੀ ਪਤਾ ਚੱਲ ਸਕਦਾ। ਪਰ ਲੇਕਿਨ ਇੱਕ ਗੱਲ ਸਾਫ਼ ਹੈ ਕਿ ਜੇਕਰ ਕੋਈ ਵੱਡਾ ਕਾਰਪੋਰੇਟ ਘਰਾਣਾ ਜਾਂ ਕੋਈ ਵੱਡੀ ਫਰਮ ਕਿਸਾਨਾਂ ਦੇ ਨਾਲ ਐਗਰੀਮੈਂਟ ਕਰਦੀ ਹੈ ਤਾਂ ਉਹ ਕਿਸਾਨਾਂ ਦੇ ਹੱਥ ਬੰਨ੍ਹ ਲਵੇਗੀ। ਜਿਹੜੀ ਫਸਲ ਇਹ ਕੰਪਨੀਆਂ ਚਾਹੁਣਗੀਆਂ ਕਿਸਾਨ ਨੂੰ ਸਿਰਫ ਉਹੀ ਫਸਲ ਆਪਣੇ ਖੇਤਾਂ ਦੇ ਵਿੱਚ ਉਗਾਉਣੀ ਪਏਗੀ। ਸੋ ਸ਼ੁਰੂਆਤ ਕਰਦੇ ਹਾਂ ਜੀ। ਸਾਡੇ ਕਾਲਰ ਸਾਡੇ ਨਾਲ ਜੁੜੇ ਨੇ। ਸਵਾਗਤ ਹੈ ਸਰ ਤੁਹਾਡਾ। ਸਵਾਗਤ ਹੈ ਜੀ, ਬਹੁਤ ਬਹੁਤ। ਤੇ ਰਾਓ ਸਾਹਿਬ ਤੁਹਾਡੀ ਇੱਕ ਬਹੁਤ ਵਿਸ਼ੇਸ਼ਤਾ ਦੇਖੀ ਆ। ਸਤਿ ਸ਼੍ਰੀ ਅਕਾਲ ਪਿਆਰਾ ਸਿੰਘ ਜੀ। ਕਸਟਮਰ ਤੇ ਮੈਂ ਕਿਹਾ ਤੁਸੀਂ ਤੁਹਾਡੀ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਕਿ ਤੁਸੀਂ ਸੁਣਨ ਵਾਲਿਆਂ ਦੀ ਸ਼ਿਕਾਇਤ ਇੰਨੀ ਜਲਦੀ ਹੱਲ ਕਰਦੇ ਆ ਕਿ ਨਾ ਹੀ ਪਤਾ ਲੱਗ ਜਾਂਦਾ ਕਿ ਬਾਕੀ ਤੁਸੀਂ ਕਿੰਨੀ ਕਦਰ ਕਰਦੇ ਆ, ਕਿਉਂਕਿ ਇਹੀ ਤੁਹਾਡੀ ਕਾਮਯਾਬੀ ਦੀ ਨਿਸ਼ਾਨੀ ਹੈ ਕਿ ਤੁਹਾਡੇ ਲੋਕ ਤੁਹਾਨੂੰ ਵੱਧ ਤੋਂ ਵੱਧ ਸੁਣਦੇ ਨਹੀਂ ਤਾਂ ਅਗਲਾ ਕਹਿੰਦਾ ਮੈਂ ਕੀ ਲੈਣਾ, ਮੈਨੂੰ ਕੀ ਪਰਵਾਹ ਆ, ਸਾਡੇ ਬਾਰੇ ਹਜ਼ਾਰਾਂ ਤੁਰੇ ਫਿਰਦੇ ਆ। ਬਹੁਤ ਥੋੜਾ ਵਧੀਆ ਤਰੀਕਾ, ਬਹੁਤ ਵਧੀਆ ਲੱਗਾ ਇਹ ਤਰੀਕਾ ਇਹ ਜੀ। ਬਾਕੀ ਰਹੀ ਗੱਲ ਹੈ ਕਿ ਮੈਂ ਨਾ ਲਖਵਿੰਦਰ ਸਿੰਘ ਸਮੇਵਾਲੇ ਸਾਹਿਬ ਦਾ ਨੰਬਰ ਪੁੱਛਿਆ ਸੀਗਾ, ਉਹਨਾਂ ਨੇ ਮੈਨੂੰ ਦੱਸਿਆ ਸੀਗਾ, ਲੇਕਿਨ ਮੈਂ ਜਲਦੀ ਵਿੱਚ ਸੁਣ ਨਹੀਂ ਸਕਿਆ। ਅਗਰ ਹੁਣ ਉਹ ਦੁਬਾਰਾ ਹੁਣ ਤਾਂ ਮੈਂ ਥੱਲੇ ਲਿਖਾ ਦੇਣ। ਉਸ ਤੋਂ ਉਪਰੰਤ ਰਾਓ ਸਾਹਿਬ ਜਿਹੜਾ ਤੁਸੀਂ ਮੁੱਦਾ ਲੈ ਕੇ ਬਹੁਤ ਗੰਭੀਰ ਮੁੱਦਾ ਆ ਜੀ। ਹਾਲਾਂਕਿ ਇਸ ਮੁੱਦੇ ਦੀ ਨਾ ਹਰ ਇੱਕ ਨੂੰ ਤਕਲੀਫ ਹੋਣੀ ਹੈ, ਚਾਹੇ ਕਿਸੇ ਵੀ ਵਰਗ ਦਾ ਪੰਜਾਬ ਵਿੱਚ ਵੱਸਦਾ ਹੈ, ਖਾਸ ਕਰਕੇ ਜ਼ਿਮੀਂਦਾਰ ਵਰਗ ਨਾਲ। ਦੇਖੋ ਇਹ ਸੈਂਟਰ ਦੀ ਤਾਂ ਜ਼ਿਮੀਂਦਾਰ ਨੂੰ ਦਬਾਉਣ ਦੀ ਨੀਤੀ ਹੈਗੀ ਆ, ਲੇਕਿਨ ਇੱਕ ਭਾਈਬਲ ਪਾਰਟੀ ਆ ਉਹ ਵੀ ਸੈਂਟਰ ਦਾ ਸਾਥ ਦੇ ਰਹੀ ਆ। ਪਤਾ ਉਹਨਾਂ ਨੂੰ ਵੀ ਹੈਗਾ ਆ, ਉਹਨਾਂ ਨਾਲ ਵੀ ਜ਼ਿਮੀਂਦਾਰ ਤਬਕਾ ਬਹੁਤ ਜੁੜਿਆ ਹੈ, ਪਰ ਉਹਨਾਂ ਨੂੰ ਸੈਂਟਰ ਦੀ ਕੁਰਸੀ ਪਿਆਰੀ ਹੈ, ਇਸ ਕਰਕੇ ਉਹਨਾਂ ਨੂੰ ਕੁਝ ਦਿੰਦਾ ਨਹੀਂ ਹੈ, ਉਹ ਅੰਨੇ ਹੋਏ ਫਿਰਦੇ ਆ ਜੀ। ਬਾਕੀ ਉਹਦੇ ਵਿੱਚ ਕਸੂਰ ਸਾਡਾ ਵੀ ਹੈਗਾ। ਪਹਿਲੀ ਗੱਲ ਤਾਂ ਸਾਡੀ ਕਿਸਾਨ ਜਥੇਬੰਦੀਆਂ ਇਕੱਠੀਆਂ ਨਹੀਂ ਹੋ ਰਹੀਆਂ, ਕਿਉਂਕਿ ਇੰਨੀਆਂ ਸੈਂਟਰ ਦੇ ਵਿੱਚ ਪੰਜਾਬ ਦੀਆਂ ਲੋਕ ਸਭਾ ਦੀਆਂ ਸੀਟਾਂ ਨਹੀਂ ਹੈਗੀਆਂ ਜਿੰਨੀਆਂ ਜਥੇਬੰਦੀਆਂ ਬਣੀਆਂ। ਅਗਰ ਇਹ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਜਾਣ ਤਾਂ ਸੈਂਟਰ ਨੂੰ ਚੁਕਾਉਣਾ ਕੋਈ ਬਹੁਤ ਔਖਾ ਨਹੀਂ ਹੈਗਾ। ਦੂਜੀ ਗੱਲ ਹੈ ਕਿ ਉਹਨਾਂ ਲੜਾਈਆਂ ਝਗੜੇ ਧਰਨੇ ਦੇਣ ਨਾਲ ਅਗਰ ਅਸੀਂ ਵੋਟ ਦਾ ਸਹੀ ਇਸਤੇਮਾਲ ਕਰ ਲਈਏ, ਬੰਦੇ ਦੀ ਪਰਖ ਕਰ ਲਈਏ, ਕਿਉਂਕਿ ਸਾਨੂੰ ਦੇਖੋ ਇੱਕ ਕੰਮ ਹੁੰਦੇ ਨੂੰ ਬਹੁਤ ਚਿਰ ਹੋ ਗਿਆ ਵੋਟਾਂ ਪਾਉਂਦਿਆਂ ਨੂੰ, ਤੇ ਸਹੀ ਅਸੀਂ ਉਮੀਦਵਾਰ ਕਦੇ ਵੀ ਨਹੀਂ ਚੁਣਿਆ। ਜੇ ਅਸੀਂ ਸਹੀ ਉਮੀਦਵਾਰ ਚੁਣ ਲਈਏ ਤੇ ਸ਼ਾਇਦ ਸਾਨੂੰ ਧਰਨੇ ਬਣਾ ਦੇਣੇ ਪੈਣੇ, ਪ੍ਰੋਟੈਸਟ ਬਣਾ ਕਰਨੇ ਪੈਣ, ਉਸ ਦੀਆਂ ਲਾਠੀਆਂ ਵੀ ਨਾ ਖਾਣੀਆਂ ਪੈਣ। ਸੋ ਗੱਲ ਹੈ ਸਾਡੇ ਜ਼ਿਮੀਂਦਾਰ ਭਾਈਚਾਰੇ ਨੂੰ ਜਾਂ ਸਾਡੇ ਕਿਸੇ ਨੂੰ ਸਾਰਿਆਂ ਨੂੰ ਜਾਗ ਲੈਣਾ ਚਾਹੀਦਾ ਔਰ ਸਹੀ ਬੰਦੇ ਦੀ ਚੋਣ ਕਰਨੀ ਚਾਹੀਦੀ ਹੈ, ਤਾਂ ਕਿ ਮੁਜ਼ਾਹਰੇ ਤੋਂ ਖਹਿੜਾ ਛੁੱਟੇ, ਪੰਜਾਬ ਦਾ ਅੰਨਦਾਤਾ ਬਚ ਸਕੇ। ਨਹੀਂ ਤਾਂ ਸੈਂਟਰ ਦੀ ਸਕੀਮ ਹੈ ਅੰਨਦਾਤਾ ਨੂੰ, ਪੰਜਾਬ ਨੂੰ, ਸਿੱਖ ਨੂੰ ਖਤਮ ਕਰਨ ਦੀ ਹੈ, ਤੇ ਆਪਾਂ ਬਚਾਅ ਆਪਾਂ ਕਰਨਾ। ਧੰਨਵਾਦ, ਮਿਹਰਬਾਨੀ ਜੀ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਪਿਆਰਾ ਸਿੰਘ ਜੀ ਸਾਨੂੰ ਕਾਲ ਕਰਨ ਦਾ, ਤੇ ਜਿਸ ਤਰੀਕੇ ਨਾਲ ਤੁਸੀਂ ਹੌਸਲਾ ਅਫਜ਼ਾਈ ਕੀਤੀ ਹੈ, ਕਿਉਂਕਿ ਸਾਡਾ ਫਰਜ਼ ਇਹੀ ਬਣਦਾ, ਕਿਉਂਕਿ ਅਸੀਂ ਆਪਣਾ ਇਹ ਪ੍ਰੋਗਰਾਮ ਤੁਹਾਡੇ ਲਈ ਹੀ ਲੈ ਕੇ ਆਉਂਦੇ ਹਾਂ, ਦਰਸ਼ਕਾਂ ਦੇ ਲਈ ਹੀ ਸਾਡੇ ਪ੍ਰੋਗਰਾਮ ਹੁੰਦੇ ਨੇ ਸਾਰੇ। ਅਤੇ ਜੇਕਰ ਕਿਸੇ ਟੀਵੀ ਚੈਨਲ ਦੇ ਕੋਲ ਦਰਸ਼ਕ ਨਹੀਂ ਹਨ ਤਾਂ ਫਿਰ ਸਾਨੂੰ ਪਤਾ ਹੈ ਕਿ ਉਹਦਾ ਜਿਹੜਾ ਵਿਕਾਸ ਹੈ ਉਸ ਦਾ ਨਹੀਂ, ਉਹ ਅੱਗੇ ਚੈਨਲ ਨਹੀਂ ਵੱਧ ਸਕਦਾ। ਸੋ ਸਾਡੀ ਚੈਨਲ ਦੀ, ਖਾਸ ਕਰਕੇ ਸਾਡੇ ਸ਼ੋਅ ਦੀ ਕਹਿ ਲਈਏ ਕਿ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹਮੇਸ਼ਾ ਇਹੀ ਰਹਿੰਦੀ ਹੈ ਕਿ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਜੇਕਰ ਕੋਈ ਉਹ ਸਮੱਸਿਆ ਉਹਨਾਂ ਨੂੰ ਲੱਗਦੀ ਹੈ ਤੇ ਸਾਂਝੀ ਕਰਦੇ ਸਾਡੇ ਨਾਲ, ਤੇ ਅਸੀਂ ਜ਼ਰੂਰ ਕੋਸ਼ਿਸ਼ ਕਰਦੇ ਹਾਂ ਜੀ ਉਹਨੂੰ ਜਲਦੀ ਤੋਂ ਜਲਦੀ ਉਹਨੂੰ ਠੀਕ ਕਰਨ ਦੀ, ਤੇ ਸਾਡੇ ਦਰਸ਼ਕਾਂ ਦੀ ਜਿਹੜੀ ਮੰਗ ਤੇ ਖਰੇ ਉਤਰਨ ਦੀ। ਸੋ ਬਹੁਤ ਬਹੁਤ ਸ਼ੁਕਰੀਆ ਪਿਆਰਾ ਸਿੰਘ ਜੀ, ਤੁਸੀਂ ਇੱਕ ਵਾਰ ਫਿਰ ਤੋਂ ਸਾਨੂੰ ਇੰਨਾ ਮਾਣ ਬਖਸ਼ਿਆ। ਤੇ ਬਿਲਕੁਲ ਠੀਕ ਜਿਹੜੀ ਗੱਲ ਪਿਆਰਾ ਸਿੰਘ ਜੀ ਕਰਕੇ ਗਏ ਨੇ ਕਿ ਪਾਰਟੀਆਂ ਨੂੰ ਵੀ ਸੋਚਣਾ ਪਏਗਾ, ਕਿਸਾਨ ਜਥੇਬੰਦੀਆਂ ਨੂੰ ਵੀ ਸੋਚਣਾ ਪਊਗਾ। ਬਹੁਤ ਸਾਰੀਆਂ ਜਥੇਬੰਦੀਆਂ ਜੀ ਕਿਸਾਨਾਂ ਦੀਆਂ, ਬਹੁਤ ਜ਼ਿਆਦਾ। ਅਤੇ ਜਦੋਂ ਵੀ ਸਵਾਲ ਕੀਤਾ ਜਾਂਦਾ ਜਥੇਬੰਦੀਆਂ ਦੇ ਆਗੂਆਂ ਨੂੰ ਕਿ ਭਾਈ ਤੁਸੀਂ ਇਕੱਲੇ ਇਕੱਲੇ ਕਿਉਂ ਪ੍ਰੋਟੈਸਟ ਕਰ ਰਹੇ ਹੋ, ਅਤੇ ਇਹ ਨਹੀਂ ਹੋ ਸਕਦਾ ਕਿ ਹੱਥ ਦੀਆਂ ਜਿਹੜੀਆਂ ਸਾਰੀਆਂ ਉਂਗਲਾਂ ਨੇ ਉਹ ਇਕੱਠੀਆਂ ਹੋ ਕੇ ਇੱਕ ਮੁੱਕਾ ਬਣਾ ਕੇ ਪ੍ਰਦਰਸ਼ਨ ਕਰਨ, ਅਤੇ ਇਹ ਫਿਰ ਸੱਟ ਜ਼ਿਆਦਾ ਨਹੀਂ ਵੱਜ ਸਕਦੀ। ਅਤੇ ਪਰ ਅਫਸੋਸ ਇਹੀ ਹੈ ਕਿ ਹਰ ਇੱਕ ਜਿਹੜਾ ਆਗੂ ਹੈ, ਚਾਹੇ ਉਹ ਕਿਸਾਨ ਆਗੂ ਹੈ, ਚਾਹੇ ਉਹ ਕਿਸੇ ਰਾਜਨੀਤਿਕ ਪਾਰਟੀ ਦਾ ਆਗੂ ਹੈ, ਹਰ ਕੋਈ ਕਮਾਨ ਆਪਣੇ ਕੋਲ ਰੱਖਣਾ ਚਾਹੁੰਦਾ। ਕਿਉਂਕਿ ਜੇਕਰ ਕਈ ਸਾਰੀਆਂ ਜਿਹੜੀਆਂ ਜਥੇਬੰਦੀਆਂ ਇਕੱਠੇ ਹੁੰਦੀਆਂ ਨੇ ਅਤੇ ਫਿਰ ਉਹ ਜਥੇਬੰਦੀਆਂ ਦੇ ਪ੍ਰਧਾਨ ਵੀ ਉਨੇ ਹੀ ਇਕੱਠੇ ਹੋ ਜਾਣਗੇ, ਅਤੇ ਫਿਰ ਕਿਸ ਪ੍ਰਧਾਨ ਸਾਹਿਬ ਦੀ ਚੱਲੇਗੀ, ਕਿਸ ਦੀ ਨਹੀਂ ਚੱਲੇਗੀ, ਅਤੇ ਇਹ ਵੀ ਜਿਹੜਾ ਸਵਾਲ ਫਿਰ ਖੜ੍ਹਾ ਹੋ ਜਾਂਦਾ। ਸੋ ਦੱਸ ਦਿੰਦੇ ਹਾਂ ਜੀ। ਅਤੇ ਸਾਡੇ ਦੇਸ਼ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਜਿਹੜਾ 85% ਕਿਸਾਨ ਹੈ ਉਹਦੇ ਕੋਲ 5 ਏਕੜ ਜਾਂ ਫਿਰ 5 ਏਕੜ ਤੋਂ ਘੱਟ ਦੀ ਜ਼ਮੀਨ ਹੈ। 85% ਕਿਸਾਨਾਂ ਦੇ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ, ਅਤੇ 5 ਏਕੜ ਦੇ ਵਿੱਚ ਅਸੀਂ ਦੇਖ ਲਈਏ ਕਿ ਜੇਕਰ ਅਸੀਂ ਕਣਕ ਉਗਾਉਂਦੇ ਹਾਂ, ਜੇਕਰ ਅਸੀਂ ਚੌਲ ਉਗਾਉਂਦੇ ਹਾਂ, ਅਤੇ
ਕਣਕ ਤਾਂ ਫਿਰ ਉਹ 5 ਏਕੜ ਦੇ ਵਿੱਚ ਕਿੰਨੀ ਕੁ ਨਿਕਲੇਗੀ ਤੇ ਕਿੰਨੀ ਕੁ ਉਹ ਕਿਸਾਨ ਮੰਡੀਆਂ ਦੇ ਵਿੱਚ ਲੈ ਕੇ ਜਾਏਗਾ। ਜੇ ਲੈ ਕੇ ਵੀ ਜਾਏਗਾ ਕੁਝ ਆਪਣੇ ਖਾਣ ਜੋਗੀ ਰੱਖ ਕੇ, ਜੇ ਮੰਡੀਆਂ ਦੇ ਵਿੱਚ ਲੈ ਕੇ ਵੀ ਜਾਏਗਾ ਤੇ ਫਿਰ ਉਹਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿਸਾਨ ਦੀ ਕਿ ਮੈਨੂੰ ਕਿਹੜੀ ਮੰਡੀ ਸਭ ਤੋਂ ਨੇੜੇ ਲੱਗਦੀ ਹੈ, ਮੈਂ ਉੱਥੇ ਲੈ ਕੇ ਜਾਵਾਂ। ਤੇ ਪਲੱਸ ਇਸ ਦਾ ਹੋਰ ਫਾਇਦਾ ਇਹ ਹੈ ਕਿ ਮੰਡੀ ਦੇ ਵਿੱਚ ਜਿਹੜੇ ਆੜ੍ਹਤੀ ਹੁੰਦੇ ਨੇ, ਕਿਉਂਕਿ ਸਾਡਾ ਇੱਕ ਸਿਸਟਮ ਬਣਿਆ ਹੋਇਆ, ਦੇਖੋ ਕਿਸਾਨ ਦੇ ਕੋਲ ਹਰ 6 ਮਹੀਨੇ ਬਾਅਦ ਛਮਾਹੀ ਤੇ ਪੈਸੇ ਆਉਣੇ ਆ ਜੀ। ਕੋਈ ਜਾਂ ਅਸੀਂ ਕਰਦੇ ਹਾਂ ਸੈਲਰੀਆਂ ਵਾਲੇ ਜਿਹੜੇ ਲੋਕ ਨੇ, ਉਹਨਾਂ ਦੇ ਕੋਲ ਹਰ ਮਹੀਨੇ ਬਾਅਦ ਜਿਹੜੀ ਇਨਕਮ ਆ ਉਹ ਆ ਜਾਂਦੀ ਹੈ ਤੇ ਗੁਜ਼ਾਰਾ ਉਹਨਾਂ ਦਾ ਉੱਥੇ ਚੱਲ ਜਾਂਦਾ। ਲੇਕਿਨ ਇੱਕ ਇਕੱਲਾ ਕਿਸਾਨ ਅਜਿਹਾ ਖਿੱਤਾ, ਕਿਸਾਨੀ ਅਜਿਹਾ ਖਿੱਤਾ ਕਿ ਜਿੱਥੇ ਰੋਜ਼ਾਨਾ ਜਾਂ ਫਿਰ ਮੈਂ ਜ਼ਿਆਦਾ ਕਹਿ ਗਿਆ ਮਹੀਨੇ ਦੇ ਵਿੱਚ ਵੀ ਜਿਹੜੀ ਆ ਉਹ ਆਮਦਨੀ ਨਹੀਂ ਹੁੰਦੀ। 6 ਮਹੀਨੇ ਦਾ ਲੰਬਾ ਇੰਤਜ਼ਾਰ ਕਰਨਾ ਪੈਂਦਾ, ਫਸਲ ਪੱਕਣ ਲਾਉਣ ਤੋਂ ਲੈ ਕੇ ਫਸਲ ਪੱਕਣ ਤੱਕ, ਫਿਰ ਮੰਡੀਆਂ 'ਚ ਜਾਂਦੀ ਹੈ, ਫਿਰ ਕਿਤੇ ਜਾ ਕੇ ਪੈਸੇ ਕਿਸਾਨ ਨੂੰ ਮਿਲਦੇ ਆ 6 ਮਹੀਨੇ ਬਾਅਦ। ਸੋਚਣ ਵਾਲੀ ਗੱਲ ਹੈ। ਤੇ ਇਹਨਾਂ 6 ਮਹੀਨਿਆਂ ਦੇ ਵਿੱਚ ਜਦੋਂ ਵੀ ਸੂਬੇ ਦੇ ਕਿਸਾਨ ਨੂੰ ਕੋਈ ਲੋੜ ਪੈਂਦੀ ਆ, ਕਿਸੇ ਕੋਈ ਐਮਰਜੈਂਸੀ ਹੋ ਜਾਂਦੀ ਆ ਤੇ ਉਹਦੇ ਵਿੱਚ ਪੈਸੇ ਦੀ ਜਿਹੜੀ ਜ਼ਰੂਰਤ ਹੁੰਦੀ ਹੈ ਤੇ ਉਹ ਕਿਸਾਨ ਸਿੱਧਾ ਆਪਣੇ ਆੜ੍ਹਤੀਏ ਕੋਲ ਜਾਂਦਾ, ਉਸ ਆੜ੍ਹਤੀਏ ਕੋਲ ਜਾਂਦਾ ਜਿਹਦੇ ਕੋਲ ਉਹ ਆਪਣੀ ਫਸਲ, ਪੱਕੀ ਹੋਈ ਫਸਲ ਸਿੱਟਦਾ ਜਾ ਕੇ। ਤੇ ਫਿਰ ਆੜ੍ਹਤੀਏ ਨੂੰ ਵੀ ਪਤਾ ਹੁੰਦਾ ਕਿ ਮੇਰਾ ਇਹ ਕਿਸਾਨ ਹੈ ਜਿਹੜਾ ਪੱਕਾ ਗਾਹਕ ਹੈ, ਜਦੋਂ ਇਹਦੀ ਫਸਲ ਜਿਹੜੀ ਆਊਗੀ ਤੇ ਇਹਦੇ ਮੇਰੇ ਕੋਲ ਹੀ ਫਸਲ ਆਊਗੀ ਤੇ ਫਿਰ ਮੈਂ ਉਦੋਂ ਹਿਸਾਬ ਕਿਤਾਬ ਕਰ ਲਾਂਗਾ। ਸੋ ਇਸ ਤਰੀਕੇ ਦੇ ਨਾਲ ਸਾਡੇ ਕਿਸਾਨਾਂ ਦਾ ਜਿਹੜਾ ਇੱਕ ਕਹਿ ਦਿੰਦੇ ਆ ਕਿ ਆਰਥਿਕ ਚੱਕਰ ਚੱਲ ਜਾਂਦਾ। ਤੇ ਲੇਕਿਨ ਜੇਕਰ ਹੁਣ ਇੱਕ ਆਰਡੀਨੈਂਸ ਪਾਸ ਹੋ ਕੇ ਜਿਹੜੇ ਇਹ ਜਦੋਂ ਲਾਗੂ ਹੋ ਗਏ ਤੇ ਫਿਰ ਜਿਹੜਾ ਸਾਡਾ ਮੰਡੀਕਰਨ ਸਿਸਟਮ ਆ ਪੂਰੀ ਤਰ੍ਹਾਂ ਦੇ ਨਾਲ ਉਹ ਠੱਪ ਹੋ ਜਾਏਗਾ। ਬਿਲਕੁਲ ਹੀ ਕੋਈ ਮੰਡੀ ਨਹੀਂ ਰਹਿਣੀ, ਕੋਈ ਆੜ੍ਹਤੀਆ ਨਹੀਂ ਰਹਿਣਾ, ਕਿਉਂਕਿ ਜਦੋਂ ਮੰਡੀ ਨਹੀਂ ਰਹਿਣੀ ਫਿਰ ਆੜ੍ਹਤੀਏ ਕਿੱਥੋਂ ਆ ਜਾਣਗੇ। ਤੇ ਇਹ ਇੱਕ ਵੱਡਾ ਸਵਾਲ ਇਹ ਵੀ ਪੈਦਾ ਹੁੰਦਾ। ਤੇ ਦੂਜਾ ਜਿਹੜਾ ਖਤਰਾ ਅਸੀਂ ਪਹਿਲਾਂ ਵੀ ਦੱਸ ਕੇ ਹਟੇ ਹਾਂ ਕਿ MSP ਦਾ ਖਤਰਾ ਸਭ ਤੋਂ ਵੱਡਾ ਖਤਰਾ ਕਿਸਾਨਾਂ ਨੂੰ ਹੈ। ਹੋ ਸਕਦਾ ਕਿ ਕੁਝ ਸਾਲ ਤੱਕ ਜਿਹੜਾ ਸਰਕਾਰਾਂ ਨੇ ਜਾਂ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਨੇ ਜਿਹੜੇ ਕਿ ਕਿਸਾਨਾਂ ਦੀ ਫਸਲ ਨੂੰ ਖਰੀਦਣਗੇ, ਉਹ ਮੁੱਲ MSP ਤੋਂ ਵੀ ਵੱਧ ਦੇ ਦੇਣ ਤੇ ਕਿਸਾਨ ਖੁਸ਼ ਵੀ ਹੋ ਜਾਣ ਕਿ ਹਾਂ ਬਈ ਇਹ ਤਾਂ ਚੰਗੀ ਗੱਲ ਹੋ ਗਈ ਆ, ਸਰਕਾਰ ਨੇ ਚੰਗਾ ਕੀਤਾ, ਇਹ ਤਾਂ MSP ਤੋਂ ਵੱਧ ਵੀ ਸਾਨੂੰ ਪੈਸੇ ਮਿਲ ਰਹੇ ਨੇ। ਪਰ ਫਿਰ ਉਹੀ ਗੱਲ ਆ ਕਿ ਹੌਲੀ ਹੌਲੀ ਉਹੀ ਫਿਰ ਰੇਟ ਜਿਹੜੇ ਘਟਾਉਣੇ ਸ਼ੁਰੂ ਕਰ ਦਿੱਤੇ ਜਾਣੇ ਨੇ। ਇਹ ਵੀ ਜਿਹੜੀ ਮੈਂ ਪਹਿਲਾਂ ਗੱਲ ਦੱਸੀ ਆ ਕਿ ਕੰਟਰੈਕਟ ਜੇਕਰ ਕੋਈ ਕਾਰਪੋਰੇਟ ਘਰਾਣਾ ਕਿਸੇ ਕਿਸਾਨ ਦੇ ਨਾਲ ਕਰਦਾ ਜਾਂ ਫਿਰ ਕੋਈ ਕਿਸਾਨ ਇਸ ਕਾਰਪੋਰੇਟ ਘਰਾਣੇ ਦੇ ਨਾਲ, ਫੈਕਟਰੀ ਦੇ ਨਾਲ, ਫਰਮ ਨਾਲ ਆਪਣਾ ਜੋ ਕਰਾਰ ਕਰਦਾ, ਕੰਟਰੈਕਟ ਕਰਦਾ, ਤੇ ਉਹਦੇ ਵਿੱਚ ਫਿਰ ਇਹ ਵੀ ਹੋ ਸਕਦਾ ਕਿ ਉਹ ਕੰਟਰੈਕਟ 2 ਸਾਲ ਦਾ ਵੀ ਹੋ ਸਕਦਾ, 5 ਸਾਲ ਦਾ ਵੀ ਹੋ ਸਕਦਾ, 10 ਸਾਲ ਦਾ, 20 ਸਾਲ ਤੱਕ ਦਾ ਵੀ ਹੋ ਸਕਦਾ। ਇਹ ਦੋਨਾਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੀ ਆਪਸੀ ਜਿਹੜੀ ਸਹਿਮਤੀ 'ਤੇ ਨਿਰਭਰ ਕਰੂਗਾ ਕਿ ਉਹ ਕਿੰਨੇ ਸਾਲ ਦਾ ਜਿਹੜਾ ਕੰਟਰੈਕਟ ਆ ਉਹ ਕਰਨਾ ਚਾਹੁੰਦੀਆਂ। ਤੇ ਫਿਰ ਇਸ ਕੰਟਰੈਕਟ ਦੇ ਵਿੱਚ ਕਿਸਾਨ ਨੂੰ ਉਹੀ ਫਸਲ ਉਗਾਉਣੀ ਪਏਗੀ ਜੋ ਫਰਮ ਜਿਹਦੇ ਨਾਲ ਉਹਨੇ ਕੰਟਰੈਕਟ ਕੀਤਾ ਉਹ ਚਾਹੇਗਾ। ਜੇ ਉਹ ਚਾਹੇਗਾ ਕਿ ਮੈਨੂੰ ਤਾਂ ਆਲੂ ਚਾਹੀਦੇ ਨੇ ਤੇ ਅਸੀਂ ਚੌਲ ਨਹੀਂ ਲਾ ਸਕਦੇ ਫਿਰ, ਕਿਉਂਕਿ ਕੰਟਰੈਕਟ ਦੇ ਵਿੱਚ ਲਿਖਿਆ ਗਿਆ ਕਿ ਅਸੀਂ ਇਸ ਅਦਾਰੇ ਦੀ ਜਿਹੜੀ ਮੰਗ ਹੋਊਗੀ ਉਹ ਅਸੀਂ ਪੂਰੀ ਕਰਾਂਗੇ। ਤੇ ਉਹਦੇ ਵਿੱਚ ਜਿਹੜਾ ਕੁਛ ਜਿਹੜੇ ਮੁੱਲ ਨੇ ਉਹ ਵੀ ਨਿਰਧਾਰਿਤ ਕੀਤੇ ਜਾਂਦੇ ਨੇ, ਪਰ ਇਹ ਹਰ 6 ਮਹੀਨੇ ਬਾਅਦ ਜਾਂ ਹਰ ਸਾਲ ਬਾਅਦ ਕਿੰਨੇ ਕੁ ਵਧਣੇ ਆ, ਕਿਸਾਨ ਨੂੰ ਕਿੰਨਾ ਕੁ ਲਾਹਾ ਮਿਲੇਗਾ, ਇਹਦੇ ਬਾਰੇ ਹਜੇ ਕੋਈ ਖੁਲਾਸਾ ਨਹੀਂ ਹੈ। ਤੇ ਦੂਜੀ ਗੱਲ ਹੈ ਕਿ ਖੁੱਲੀ ਮੰਡੀ ਕਹਿ ਰਹੇ ਨੇ ਕਿ ਕਿਤੇ ਵੀ ਜਿਹੜੇ ਕਿਸਾਨ ਨੇ ਉਹ ਆਪਣੀ ਫਸਲ ਨੂੰ ਲਿਜਾ ਕੇ ਵੇਚ ਸਕਦੇ ਨੇ। ਤੇ ਫਿਰ ਮੈਂ ਜਿਹੜੀ ਗੱਲ ਕਹੀ ਆ ਕਿ 85% ਜਿਹੜੇ ਕਿਸਾਨ ਨੇ ਉਹਨਾਂ ਕੋਲ ਤਾਂ 5 ਏਕੜ ਤੋਂ ਘੱਟ ਜ਼ਮੀਨ ਹੈ। ਤੇ ਫਿਰ 5 ਏਕੜ ਤੋਂ ਘੱਟ ਜ਼ਮੀਨ ਵਾਲਾ ਕਿਸਾਨ ਪੈਦਾਵਾਰ ਕਿੰਨੀ ਕੁ ਕਰ ਲੇਗਾ ਜੀ? ਤੇ ਕਿੰਨੀ ਕੁ ਪੈਦਾਵਾਰ ਕਰਕੇ ਫਿਰ ਉਹ ਕੀ ਅਸੀਂ ਪੰਜਾਬ ਤੋਂ ਫਿਰ ਹੁਣ ਉੜੀਸਾ ਵੇਚਣ ਜਾਇਆ ਕਰਾਂਗੇ ਜਾਂ ਮਹਾਰਾਸ਼ਟਰ ਵੇਚਣ ਜਾਇਆ ਕਰਾਂਗੇ? ਤੇ ਉਹਦੇ 'ਤੇ ਖਰਚ ਦੇਖੋ ਕਿੰਨਾ ਆ ਜਾਣਾ। ਦੂਸਰੀ ਗੱਲ ਇਹ ਹੈ ਕਿ ਹੁਣ ਤੱਕ ਸਾਡੇ ਦੇਸ਼ ਦੇ ਵਿੱਚ ਅਨਾਜ ਨੂੰ ਸਟੋਰ ਕਰਨ ਦੀ ਇੱਕ ਲਿਮਟ ਹੈ ਕਿ ਇੰਨੇ ਲਿਮਟ ਤੋਂ ਜ਼ਿਆਦਾ ਤੁਸੀਂ ਨਾ ਤਾਂ ਕਣਕ ਸਟੋਰ ਕਰ ਸਕਦੇ ਹੋ, ਨਾ ਫਿਰ ਚੌਲ ਸਟੋਰ ਕਰ ਸਕਦੇ ਹੋ, ਜਾਂ ਹੋਰ ਕੋਈ ਵੀ ਅਨਾਜ ਹੈ ਉਹਨੂੰ ਸਟੋਰ ਕੋਈ ਵੀ ਨਹੀਂ ਕਰ ਸਕਦਾ। ਤੇ ਜੇਕਰ ਜਿਹੜੀ ਦਿੱਤੀ ਗਈ ਮਾਤਰਾ ਤੋਂ ਜ਼ਿਆਦਾ ਸਟੋਰੇਜ ਕੋਈ ਕਰਦਾ ਤੇ ਫਿਰ ਉਸ 'ਤੇ ਕਾਨੂੰਨੀ ਕਾਰਵਾਈ ਹੁੰਦੀ ਹੈ। ਲੇਕਿਨ ਇਹ ਆਰਡੀਨੈਂਸ ਆਉਣ ਤੋਂ ਬਾਅਦ ਜਿਹੜੇ ਇਹ ਸਟੋਰੇਜ ਦੀ ਕਪੈਸਿਟੀ ਆ ਉਹ ਬਿਲਕੁਲ ਖੁੱਲ੍ਹ ਜਾਏਗੀ। ਕੋਈ ਵੀ ਚਾਹੇ ਤਾਂ ਕਿੰਨੀ ਵੀ ਕਪੈਸਿਟੀ ਆਪਣੇ ਕੋਲ ਸਟੋਰ ਕਰ ਸਕਦਾ, ਕਿੰਨੇ ਹੀ ਹਜ਼ਾਰਾਂ ਕੁਇੰਟਲ ਚਾਹੇ ਉਹ ਚੌਲ ਸਟੋਰ ਕਰ ਸਕਦਾ ਤੇ ਕਣਕ ਸਟੋਰ ਕਰ ਸਕਦਾ। ਕੋਈ ਉਹਨੂੰ ਪੁੱਛਣ ਵਾਲਾ ਨਹੀਂ ਹੋਊਗਾ ਤੇ ਨਾ ਹੀ ਉਹਨੂੰ ਕਹਿ ਸਕਦਾ ਕੋਈ ਕਿ ਭਾਈ ਹੁਣ ਜਿਹੜਾ ਇਸ ਚੀਜ਼ ਦੇ ਮੁੱਲ ਜ਼ਿਆਦਾ ਨੇ, ਤੁਸੀਂ ਆਪਣੀ ਇਹ ਫਸਲ ਨੂੰ ਕੱਢੋ, ਜੋ ਵੀ ਜਿਹੜਾ ਤੁਸੀਂ ਰੱਖਿਆ ਸਟੋਰ ਕਰਕੇ
ਤੇ ਜਿਹੜੇ ਰੇਟ ਨੇ ਉਹ ਠੀਕ ਆ ਜੇ ਤੇ ਕੋਈ ਉਸ ਤੇ ਫਿਰ ਪ੍ਰੈਸ਼ਰ ਨਹੀਂ ਪਾ ਸਕਦਾ। ਤੇ ਇਹ ਇੱਕ ਸਭ ਤੋਂ ਵੱਡੀ ਖਤਰਨਾਕ ਇਹ ਵੀ ਗੱਲ ਹੋਏਗੀ, ਕਿਉਂਕਿ ਫਿਰ ਕੰਪਨੀਆਂ ਵੱਡੇ ਵੱਡੇ ਆਪਣੇ ਗੋਦਾਮ ਬਣਾ ਲੈਣਗੀਆਂ ਜੀ, ਕੋਲਡ ਸਟੋਰ ਬਣਾ ਲੈਣਗੀਆਂ ਤੇ ਫਿਰ ਉੱਥੇ ਰੱਖਣਗੀਆਂ ਤੇ ਫਿਰ ਉਹਨਾਂ ਦਾ ਜਦੋਂ ਜੀ ਕਰੂਗਾ ਉਹ ਉੱਥੇ ਹੀ ਉਦੋਂ ਹੀ ਆਪਣਾ ਜਿਹੜਾ ਇਹ ਮਾਲ ਆ ਸਟੋਰ ਕੀਤਾ ਹੋਇਆ ਉਹ ਇਹ ਕੱਢੂਗਾ। ਤੁਹਾਨੂੰ ਯਾਦ ਹੋਣਾ ਹੈ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ 11 ਸ਼ਾਇਦ ਜੂਨ ਨੂੰ ਬਿਆਨ ਦਿੱਤਾ ਸੀ MSP ਨੂੰ ਲੈ ਕੇ। ਉਹਨਾਂ ਨੇ ਕਿਹਾ ਸੀ ਕਿ ਦੇਸ਼ ਦੇ ਆਰਥਿਕ ਢਾਂਚੇ ਦੇ ਲਈ ਕਿਸਾਨਾਂ ਨੂੰ MSP ਦੇਣਾ ਠੀਕ ਨਹੀਂ ਹੈ। ਇਸ ਤੋਂ ਬਾਅਦ ਵਿਰੋਧ ਹੋਇਆ ਲਗਾਤਾਰ ਤੇ ਇੱਕ ਫਾਇਦਾ ਕਿਸਾਨਾਂ ਨੂੰ ਇਹ ਹੋਇਆ ਕਿ ਨਿਤਿਨ ਗਡਕਰੀ ਦੇ ਇਸ ਬਿਆਨ ਤੋਂ ਬਾਅਦ ਕਿਸਾਨਾਂ ਨੂੰ, ਦੇਸ਼ ਦੇ ਕਿਸਾਨ ਨੂੰ ਇਹ ਪਤਾ ਲੱਗ ਗਿਆ ਕਿ ਸਰਕਾਰ ਚਾਹੁੰਦੀ ਕਿੱਥੇ ਆ। ਤੇ ਫਿਰ ਸਿੱਧੀ ਗੱਲ, ਕਿਉਂਕਿ MSP ਤੇ ਗਈ ਸੀ ਤੇ ਇਸ ਕਰਕੇ ਕਿਸਾਨ ਚੁਕੰਨੇ ਹੋ ਗਏ ਕਿ ਜਿਹੜਾ ਉਹਨਾਂ ਦਾ ਸ਼ੱਕ ਸੀਗਾ ਕਿ ਸਰਕਾਰ MSP ਹੁਣ ਖਤਮ ਕਰਨਾ ਚਾਹ ਰਹੀ ਹੈ ਜਿਵੇਂ ਨਾ ਕਿਵੇਂ, ਤੇ ਬਿਲਕੁਲ ਨਿਤਿਨ ਗਡਕਰੀ ਦੇ ਉਸ ਬਿਆਨ ਨੇ ਸਾਫ਼ ਕਰ ਦਿੱਤਾ ਸੀ ਕਿ ਕੇਂਦਰ ਸਰਕਾਰ ਹੁਣ ਖੁਦ ਨੂੰ ਇੱਕ ਪਾਸੇ ਇਸ ਸਿਸਟਮ ਤੋਂ ਰੱਖਣ ਦੇ ਲਈ MSP ਹਟਾਉਣਾ ਚਾਹੁੰਦੀ ਹੈ। ਇਸੇ ਕਰਕੇ ਖੁੱਲ੍ਹੀ ਮੰਡੀ ਦੀ ਗੱਲ ਕੀਤੀ ਜਾ ਰਹੀ ਹੈ, ਇਸੇ ਕਰਕੇ ਕੰਟਰੈਕਟ ਦੀ ਗੱਲ ਕੀਤੀ ਜਾ ਰਹੀ ਹੈ ਤੇ ਆਖਿਆ ਇਹ ਜਾ ਰਿਹਾ ਜੀ ਇਸ ਦੇ ਨਾਲ ਤਾਂ ਜਿਹੜਾ ਫਸਲੀ ਵਿਭਿੰਨਤਾ ਆਏਗੀ ਤੇ ਜਿਹੜਾ ਦੇਸ਼ ਦਾ ਕਿਸਾਨ ਹੈ ਉਹ ਹੋਰ ਤਰੱਕੀ ਕਰੂਗਾ, ਵਿਕਾਸ ਕਰੂਗਾ। ਇਹਦੀ ਇੱਕ ਜੇ ਗੱਲ ਕਰੀਏ, ਜੇ ਬਾਹਲਾ ਔਖਾ ਨਹੀਂ ਤੇ ਇੱਕ ਆਸਾਨ ਜੀ ਉਦਾਹਰਨ ਹੈਗੀ ਆ। ਤੇ ਅਸੀਂ ਦੇਖਦੇ ਹਾਂ ਜੀ ਹੁਣ ਤੋਂ ਕਈ ਸਾਲ ਪਹਿਲਾਂ ਜਿਹੜਾ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਸੜਕਾਂ ਬਣਦੀਆਂ ਸੀ ਉਹ ਸਰਕਾਰ ਹੀ ਬਣਾਉਂਦੀ ਸੀਗੀ, ਆਪਣੇ ਖਰਚੇ ਤੇ ਬਣਾਉਂਦੀ ਸੀ। ਤੇ ਇਸ ਦੇ ਇਵਜ਼ ਦੇ ਵਜੋਂ ਜਦੋਂ ਕੋਈ ਵੀ ਬੰਦਾ ਜਾਂ ਕੋਈ ਵੀ ਵਿਅਕਤੀ ਕੋਈ ਨਵਾਂ ਵਹੀਕਲ ਲੈਂਦਾ ਸੀ ਜਾਂ ਮੋਟਰਸਾਈਕਲ, ਸਕੂਟਰ ਲੈ ਲਿਆ, ਕਾਰ ਲੈ ਲਿਆ, ਤੇ ਉਹਦਾ ਇੱਕ ਰੋਡ ਟੈਕਸ ਕਾਪੀ ਬਣਨ ਦੇ ਨਾਲ ਹੀ ਜਿਹੜਾ ਭਰਾ ਲਿਆ ਜਾਂਦਾ ਸੀ ਤੇ ਹੁਣ ਵੀ ਭਰਾਇਆ ਜਾਂਦਾ, ਇਹ 'ਚ ਕੋਈ ਉਹ ਨਹੀਂ। ਤੇ ਪਹਿਲਾਂ ਇਹ ਸੀ ਕਿ ਰੋਡ ਟੈਕਸ ਭਰਤਾ ਤੇ ਸਮਝ ਲਓ ਕਿ ਉਸ ਵਹੀਕਲ ਦਾ ਜਿਹੜਾ ਰੋਡ ਟੈਕਸ ਆ ਉਹ ਜਿੰਨੀ ਕੁ ਉਹਦੀ ਉਮਰ ਹੈ 10 ਸਾਲ ਦੀ ਤੇ ਉਹਦਾ ਉਹਨੇ ਪੱਕਾ ਅਦਾ ਕਰਤਾ ਤੇ ਫਿਰ ਚੱਲੀ ਜਾਂਦਾ ਸੀ ਕੰਮ। ਤੇ ਲੇਕਿਨ ਹੁਣ ਫਿਰ ਸਰਕਾਰਾਂ ਨੇ ਇਹਦੇ ਵਿੱਚੋਂ ਆਪਣੇ ਆਪ ਨੂੰ ਕੱਢ ਲਿਆ ਕਿ ਹੁਣ ਜਿਹੜੀਆਂ ਸੜਕਾਂ ਨੇ ਉਹ ਹੁਣ ਵੱਡੀਆਂ ਵੱਡੀਆਂ ਕੰਪਨੀਆਂ ਬਣਾਉਂਦੀਆਂ ਨੇ ਤੇ ਸਰਕਾਰ ਨੂੰ ਪੈਸਾ ਲਗਾਉਣ ਦੀ ਲੋੜ ਨਹੀਂ ਰਹਿੰਦੀ ਸੜਕਾਂ ਦੇ ਉੱਤੇ। ਤੇ ਫਿਰ ਇਹ ਪੈਸਾ ਤਾਂ ਕੰਪਨੀਆਂ ਲਗਾ ਦਿੰਦੀਆਂ ਨੇ ਤੇ ਫਿਰ ਪੈਸਾ ਵਸੂਲਣ ਦੇ ਲਈ ਅਸੀਂ ਦੇਖਦੇ ਹਾਂ ਕਿ ਹੁਣ ਥੋੜ੍ਹੇ ਜਿਹੇ ਕਿਲੋਮੀਟਰ ਚਲੇ ਜਾਓ, 20 ਕਿਲੋਮੀਟਰ ਅਸੀਂ ਟੱਪਦੇ ਨਹੀਂ ਤੇ ਇੱਕ ਨਵਾਂ ਟੋਲ ਪਲਾਜ਼ਾ ਆ ਜਾਂਦਾ, ਉੱਥੇ ਸਾਨੂੰ ਟੋਲ ਟੈਕਸ ਦੇਣਾ ਪੈਂਦਾ। ਫਿਰ ਦੇ ਦਿਓ ਜੀ 50 ਰੁਪਏ ਦੇ ਦਿਓ ਜੀ, 40 ਦੇ ਦਿਓ ਜਾਂ 60 ਰੁਪਏ ਦੇ ਦਿਓ। ਤੇ ਇੱਕ ਪਾਸੇ ਦੇਖੋ ਸਿਸਟਮ ਇਹ ਕਰਕੇ, ਪ੍ਰਾਈਵੇਟਾਈਜੇਸ਼ਨ ਕਰਕੇ ਕਿ ਜਿਹੜੀਆਂ ਕੰਪਨੀਆਂ ਨੇ ਵੱਡੀਆਂ ਵੱਡੀਆਂ ਉਹ ਪੈਸਾ ਲਗਾ ਰਹੀਆਂ ਨੇ, ਉਹ ਸੜਕਾਂ ਬਣਾ ਰਹੀਆਂ ਨੇ ਤੇ ਵਾਪਸ ਜਿਹੜਾ ਲੋਕਾਂ ਤੋਂ ਵਸੂਲ ਰਹੀਆਂ ਨੇ। ਉੱਧਰੋਂ ਸਰਕਾਰ ਰੋਡ ਟੈਕਸ ਪਹਿਲਾਂ ਹੀ ਭਰਾ ਲੈਂਦੀ ਹੈ। ਬਿਲਕੁਲ ਠੀਕ ਇਸੇ ਤਰੀਕੇ ਦੇ ਨਾਲ ਹੁਣ ਸਰਕਾਰ ਨਾ ਖੇਤੀਬਾੜੀ ਦੇ ਵਿੱਚ ਵੀ ਇਹ ਵੱਡੀਆਂ ਵੱਡੀਆਂ ਹੁਣ ਕੰਪਨੀਆਂ ਨੂੰ ਲੈ ਕੇ ਆ ਗਈ ਹੈ। ਸਰਕਾਰ ਹੁਣ ਇੱਕ ਪਾਸੇ ਨਿਕਲਣ ਦੀ ਗੱਲ ਸੋਚ ਰਹੀ ਹੈ ਕਿ ਚਲੋ ਬਈ ਆਪਣੇ ਆਪ ਤੁਸੀਂ ਜਿਹੜਾ ਹੈਗਾ ਦੇਖੀ ਚੱਲੋ, ਸਾਡੇ ਤੋਂ MSP ਦੀ ਮੰਗ ਨਾ ਕਰੋ ਤੇ ਸਾਨੂੰ ਕੋਈ ਤਕਲੀਫ ਨਾ ਹੋਵੇ। ਕਿਉਂਕਿ ਅਸੀਂ ਦੇਖਿਆ ਕਿ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਆ ਉਸ 'ਤੇ ਸਮੇਂ-ਸਮੇਂ 'ਤੇ ਜਿਹੜੇ ਆਰੋਪ ਨੇ ਉਹ ਲੱਗਦੇ ਆ ਰਹੇ ਨੇ ਕਿ ਕਿਸਾਨਾਂ ਦੀ ਇਸ ਸਰਕਾਰ ਨੂੰ ਫਿਕਰ ਨਹੀਂ ਹੈ, ਵਪਾਰੀਆਂ ਦੀ ਸਰਕਾਰ ਹੈ। ਉਸ ਕਰਕੇ ਦੇਖਦੇ ਹਾਂ ਕਿ ਪਿਛਲੇ ਸਮੇਂ ਦੌਰਾਨ ਵੀ ਤੇ ਹੁਣ ਵੀ ਜਿਹੜੀ ਮੋਦੀ ਸਰਕਾਰ ਹੈ ਕੇਂਦਰ ਦੇ ਵਿੱਚ, ਉਹ ਵਪਾਰੀਆਂ ਦੇ ਲਈ ਬਹੁਤ ਸੋਚਦੀ ਹੈ। ਵਪਾਰੀਆਂ ਦੇ ਲੱਖਾਂ ਕਰੋੜਾਂ ਰੁਪਏ ਦੇ ਜਿਹੜੇ ਕਰਜ਼ ਨੇ ਉਹ ਵੀ ਮਾफ़ ਕਰ ਦਿੱਤੇ ਜਾਂਦੇ ਨੇ, ਪਰ ਜਿਹੜੇ ਕਿਸਾਨ ਨੇ ਉਹਨਾਂ ਨੂੰ ਮਰਨ ਦੇ ਲਈ ਛੱਡ ਦਿੱਤਾ ਜਾਂਦਾ। ਕਿਸਾਨ ਦਾ ਕੁਝ ਕੁ ਲੱਖ ਰੁਪਏ ਜਿਹੜਾ ਕਰਜ਼ ਹੈ ਉਹ ਵੀ ਸਰਕਾਰ ਮਾफ़ ਨਹੀਂ ਕਰ ਸਕਦੀ। ਤੇ ਫਿਰ ਅਸੀਂ ਸੋਚ ਸਕਦੇ ਹਾਂ ਕਿ ਮੋਦੀ ਸਰਕਾਰ ਕਿਸਾਨਾਂ ਦੇ ਲਈ ਕਿੰਨੀ ਕੁ ਫਿਕਰਮੰਦ ਹੋਵੇਗੀ ਤੇ ਕਿੰਨੀ ਕੁ ਫਿਕਰਮੰਦ ਹੈ। ਤੇ ਇਸੇ ਕਰਕੇ ਹੁਣ ਕਿਸਾਨਾਂ ਨੂੰ ਡਰ ਹੈ ਕਿ ਜਿਹੜੇ ਆਰਡੀਨੈਂਸ ਆ ਰਹੇ ਨੇ ਤੇ ਇਹ ਸਾਡੇ ਲਈ ਕਿੰਨੇ ਕੁ ਘਾਤਕ ਸਾਬਤ ਹੋਣਗੇ। ਤੇ ਗੱਲ ਅਸੀਂ ਸਰਕਾਰ ਦੀ ਵੀ ਕੀਤੀ ਸੀ। ਪੰਜਾਬ ਸਰਕਾਰ ਨੇ ਤਾਂ ਐਲਾਨ ਹੀ ਕਰਤਾ ਸੀਗਾ ਕਿ ਠੀਕ ਹੈ, ਇਸ ਮੁੱਦੇ 'ਤੇ ਅਸੀਂ ਕੇਂਦਰ ਸਰਕਾਰ ਦਾ ਵਿਰੋਧ ਕਰਦੇ ਹਾਂ, ਇਹਨਾਂ ਆਰਡੀਨੈਂਸਾਂ ਦਾ ਵਿਰੋਧ ਕਰਦੇ ਹਾਂ। ਜੋ ਵੀ ਜਿੰਨਾ ਵੀ ਪ੍ਰੋਟੈਸਟ ਕਰਨਾ ਪਏਗਾ, ਜੋ ਵੀ ਯਤਨ ਕਰਨੇ ਪੈਣਗੇ ਉਹ ਮਿਲ ਕੇ ਕਿਸਾਨਾਂ ਦੇ ਨਾਲ ਕਰੇਗੀ। ਪਰ ਹੁਣ ਕਰੋਨਾ ਵਾਇਰਸ ਦੇ ਕਰਕੇ ਪੰਜਾਬ ਸਰਕਾਰ ਨੇ, ਜਿਹੜਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਨੇ ਹੁਣ ਪੈਰ ਇਹਦੇ ਵਿੱਚ ਅਸੀਂ ਪਿੱਛੇ ਖਿੱਚਦੇ ਅਸੀਂ ਦੇਖ ਰਹੇ ਹਾਂ ਉਹਨਾਂ ਨੂੰ। ਕਿਉਂਕਿ ਪਿੱਛੇ ਜੇ ਹਾਲ ਹੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਸੀ ਕਿ ਜਿਹੜਾ ਆਰਡੀਨੈਂਸਾਂ ਦੇ ਵਿਰੋਧ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਜਿਹੜੇ ਪ੍ਰਦਰਸ਼ਨ ਕਰਨੇ ਨੇ ਉਹ ਹਜੇ ਟਾਲ ਦਿੱਤੇ ਜਾਣ, ਕਿਉਂਕਿ ਕਰੋਨਾ ਵਾਇਰਸ ਦਾ ਪ੍ਰਕੋਪ ਜਿਹੜਾ ਜ਼ਿਆਦਾ ਹੈ। ਤੇ ਲੇਕਿਨ ਕਿਉਂਕਿ ਕਿਸਾਨਾਂ ਨੂੰ ਕਰੋਨਾ ਵਾਇਰਸ ਦੀ ਇੰਨੀ ਫਿਕਰ ਨਹੀਂ ਹੈ ਜਿੰਨੀ ਉਹਨਾਂ ਨੂੰ ਆਪਣੀ ਖੇਤੀਬਾੜੀ ਦੀ ਫਿਕਰ ਆ। ਉਹ ਆਪਣੇ ਧੰਦੇ ਦੀ ਪਿਤਾ ਪੁਰਖੀ ਕਿੱਤਾ ਜਿਹੜਾ ਕਿਸਾਨਾਂ ਦਾ, ਉਸ ਦੀ
ਵੱਧ ਫਿਕਰ ਹੋਣੀ ਵੀ ਚਾਹੀਦੀ ਹੈ, ਕਿਉਂਕਿ ਜੇਕਰ ਪਿਤਾ ਪੁਰਖੀ ਕਿੱਤਾ ਹੈ ਸਾਡਾ ਖੇਤੀਬਾੜੀ, ਇਹੀ ਸਾਡੇ ਤੋਂ ਖੁੱਸ ਗਿਆ ਤੇ ਫਿਰ ਬੇਰੁਜ਼ਗਾਰੀ ਕਿਸ ਹੱਦ ਤੱਕ ਵੱਧ ਜਾਏਗੀ ਦੇਸ਼ ਦੇ ਵਿੱਚ, ਇਹ ਸੋਚਣ ਦੀ ਕੋਈ ਫਾਇਦਾ ਨਹੀਂ ਹੋਏਗਾ। ਕਿਉਂਕਿ ਹਰ ਘਰ ਦੇ ਵਿੱਚ ਹੁਣ ਵੀ ਕਿੰਨੇ ਬੇਰੁਜ਼ਗਾਰ ਨੌਜਵਾਨ ਬੈਠੇ ਨੇ ਤੇ ਬਹੁਤ ਸਾਰੇ ਸਾਡੇ ਅਜਿਹੇ ਘਰ ਨੇ ਜਿਹੜੇ ਹਾਲੇ ਵੀ ਖੇਤੀਬਾੜੀ ਦੇ ਸਿਰ ਤੇ ਹੀ ਚੱਲ ਰਹੇ ਨੇ। ਤੇ ਫਿਰ ਜੇਕਰ MSP ਖਤਮ ਹੋ ਗਿਆ ਤੇ ਜਿਹੜੀਆਂ ਵੱਡੇ ਕਾਰਪੋਰੇਟ ਘਰਾਣੇ ਨੇ ਉਹ ਆਪਣੀਆਂ ਮਨਮਰਜ਼ੀਆਂ ਕਰਨ ਲੱਗੇ, ਆਪਣੇ ਹਿਸਾਬ ਦੇ ਨਾਲ ਅਨਾਜ ਸਟੋਰ ਕਰਨ ਲੱਗੇ, ਆਪਣੇ ਹਿਸਾਬ ਨਾਲ ਫਿਰ ਮੁੱਲ ਤੈਅ ਕਰਨ ਲੱਗੇ, ਤੇ ਫਿਰ ਜ਼ਾਹਿਰ ਦੀ ਗੱਲ ਹੈ, ਸਾਫ਼ ਤੌਰ 'ਤੇ ਸਾਨੂੰ ਦਿਖ ਰਿਹਾ ਕਿ ਜਿਹੜਾ ਕਿਸਾਨ ਆ ਦੇਸ਼ ਦਾ ਤੇ ਉਹ ਤਾਂ ਫਿਰ ਰਗੜਿਆ ਵੀ ਜਾਏਗਾ, ਪੀਸਿਆ ਵੀ ਜਾਏਗਾ। ਤੋ ਇਹਦੇ ਨਾਲ ਕਿਉਂਕਿ ਬਾਈਪਾਸ ਇਸ ਆਰਡੀਨੈਂਸ ਤੋਂ ਬਾਅਦ ਸੂਬਾ ਸਰਕਾਰ ਹੋ ਜਾਏਗੀ ਤੇ ਸੂਬਾ ਸਰਕਾਰ ਦੀ ਵੀ ਜਿਹੜੀ ਆਮਦਨ ਹੈ ਜੀ ਉਹ ਘਟ ਜਾਏਗੀ। ਤੇ ਪਲੱਸ ਮੰਡੀ ਬੋਰਡ ਦੀ ਅਸੀਂ ਗੱਲ ਕਰਦੇ ਹਾਂ, ਮੰਡੀ ਬੋਰਡ ਖਤਮ ਹੋ ਜਾਏਗਾ। ਮੰਡੀ ਬੋਰਡ ਦੇ ਵਿੱਚ ਕਿੰਨੇ ਹੀ ਹਜ਼ਾਰਾਂ ਜਿਹੜਾ ਲੱਖਾਂ ਮੁਲਾਜ਼ਮ ਨੇ ਉਹ ਕੰਮ ਕਰਦੇ ਨੇ, ਰੁਜ਼ਗਾਰ ਲੱਖਾਂ ਪਰਿਵਾਰਾਂ ਨੂੰ ਮੰਡੀ ਬੋਰਡ ਵੱਲੋਂ ਮਿਲ ਰਿਹਾ ਹੈ। ਮੰਡੀ ਬੋਰਡ ਸਾਡੀਆਂ ਪੰਜਾਬ ਦੇ ਵਿੱਚ ਛੋਟੇ ਪਿੰਡਾਂ ਨੂੰ ਜਿਹੜੀਆਂ ਲਿੰਕ ਸੜਕਾਂ ਜਾਂਦੀਆਂ ਉਹਨਾਂ ਨੂੰ ਵੀ ਬਣਾ ਕੇ ਦਿੰਦਾ ਤੇ ਬਹੁਤ ਸਾਰਾ ਜਿਹੜਾ ਰੁਜ਼ਗਾਰ ਮੰਡੀ ਬੋਰਡ ਦੇ ਨਾਲ ਜੁੜਿਆ। ਤੇ ਜੇਕਰ ਮੰਡੀ ਬੋਰਡ ਪੰਜਾਬ ਦਾ ਖਤਮ ਹੋ ਗਿਆ ਤੇ ਲੱਖਾਂ ਜਿਹੜੇ ਮੁਲਾਜ਼ਮ ਨੇ ਉਹ ਸੜਕਾਂ ਤੇ ਆ ਜਾਣਗੇ, ਬੇਰੁਜ਼ਗਾਰ ਹੋ ਜਾਣਗੇ। ਇਸੇ ਕਰਕੇ ਬੜਾ ਜ਼ਰੂਰੀ ਹੈ ਕਿ ਕੇਂਦਰ ਤੇ ਦਬਾਅ ਪਾਇਆ ਜਾਵੇ ਤੇ ਇਹਨਾਂ ਤਿੰਨੇ ਖੇਤੀਬਾੜੀ ਦੇ ਆਰਡੀਨੈਂਸਾਂ ਨੂੰ ਵਾਪਸ ਕਰਾਇਆ ਜਾਵੇ। ਸੋ ਸਾਡੀ ਇਹ ਵਿਸ਼ੇ ਤੇ ਚਰਚਾ ਜਿਹੜੀ ਅੱਗੇ ਵੀ ਚੱਲਦੀ ਰਹੇਗੀ। ਫਿਲਹਾਲ ਇੱਕ ਸਮਾਂ ਹੁਣ ਬ੍ਰੇਕ ਦਾ ਹੋ ਗਿਆ ਜੀ, ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਫੌਰਨ ਅਸੀਂ ਵਾਪਸ ਆਉਂਦੇ ਹਾਂ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।